ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਝ ਮਹੱਲਾ ਪੰਜਵਾ। ਸਿਫਤ ਸਲਾਹਨ ਤੇਰਾ ਹੁਕਮ ਰਜਾਈ, ਸੋ ਗਿਆਨ ਧਿਆਨ ਜੋ ਤੁਧ ਭਾਈ। ਸੋਈ ਜਪ ਜੋ ਪ੍ਰਭ ਜੀਉ ਭਾਵੈ, ਭਾਣੈ ਪੂਰ ਗਿਆਨਾ ਜੀਓ। ਅੰਮ੍ਰਿਤ ਨਾਮ ਤੇਰਾ ਸੋਈ ਗਾਵੈ, ਜੋ ਸਾਹਿਬ ਤੇਰੇ ਮਨ ਭਾਵੈ। ਤੂੰ ਸੰਤਨ ਕਾ ਸੰਤ ਤੁਮਹਾਰੇ, ਸੰਤ ਸਹਿਬ ਮਨ ਮਾਨਾ ਜੀਓ। ਤੂੰ ਸੰਤਨ ਕਾ ਸੰਤ ਤੁਮਹਾਰੇ, ਸੰਤ ਸਹਿਬ ਮਨ ਮਾਨਾ ਜੀਓ। ਵਾਹਿਗੁਰੂ। ਇਹ ਪਵਿੱਤਰ ਬਚਨ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਹਨ। ਇਹਨਾਂ ਬਚਨਾਂ ਰਾਹੀਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕੀ ਬਖਸ਼ਿਸ਼ ਕਰਦੇ ਹਨ ਕਿ ਜੋ ਸਿਫਤ ਕਰਨੀ, ਕਥਾ ਕੀਰਤਨ ਸਿਫਤ ਸਲਾਹ ਨਿਤਨੇਮ ਆਦਿ ਜੋ ਹੈ, ਇਹ ਤਾਂ ਹੀ ਪ੍ਰਵਾਨ ਹੈ ਜੇ ਉਸ ਨੂੰ ਭਾ ਜਾਵੇ। ਉਹਦੇ ਭਾਣੇ ਦੇ ਵਿੱਚ, ਉਹਦੇ ਹੁਕਮ ਦੇ ਅੰਦਰ, ਉਹਦੀ ਰਜ਼ਾ ਦੇ ਵਿੱਚ ਹੀ ਹੋ ਸਕਦਾ। ਅਤੇ ਜੋ ਉਹਦੇ ਹੁਕਮ ਅੰਦਰ ਹੁੰਦਾ ਹੈ, ਉਹੀ ਉਹਦੀ ਸਿਫਤ ਸਲਾਹ ਹੈ। ਪਾਤਸ਼ਾਹ ਬਖਸ਼ਿਸ਼ ਕਰਦੇ ਹਨ। ਮਾਝ ਮਹੱਲਾ ਪੰਜਵਾ। ਸਿਫਤ ਸਲਾਹਨ ਤੇਰਾ ਹੁਕਮ ਰਜਾਈ, ਸੋ ਗਿਆਨ ਧਿਆਨ ਜੋ ਤੁਧ ਭਾਈ। ਉਹੀ ਗਿਆਨ ਹੈ, ਉਹੀ ਧਿਆਨ ਹੈ ਜਿਹੜਾ ਤੈਨੂੰ ਚੰਗਾ ਲੱਗਦਾ ਹੈ। ਸੋਈ ਜਪ ਜੋ ਪ੍ਰਭ ਜੀਉ ਭਾਵੈ, ਉਹੀ ਜਾਪ ਹੈ ਜੋ ਪਰਮੇਸ਼ਰ ਨੂੰ ਭਾ ਜਾਵੇ। ਭਾਣੈ ਪੂਰ ਗਿਆਨਾ ਜੀਓ। ਅਤੇ ਉਹਦੇ ਭਾਣੇ ਦੇ ਵਿੱਚ ਚੱਲਣਾ ਹੀ ਅਸਲ ਵਿੱਚ ਗਿਆਨ ਹੈ। ਜਿਸ ਤਰ੍ਹਾਂ ਧਨਾਸਰੀ ਮਹੱਲਾ ਪਹਿਲਾ ਆਰਤੀ ਵਾਲੇ ਸ਼ਬਦ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਜਗਨਨਾਥਪੁਰੀ ਦੇ ਪੰਡਿਆਂ ਗਿਆਨ ਦਿੰਦੇ ਹੋਏ ਕਿ ਅਸਲ ਦੇ ਵਿੱਚ ਜਿਹੜੀ ਆਰਤੀ ਹੈ, ਉਹਦੇ ਹੁਕਮ ਅੰਦਰ ਚੱਲਣਾ ਹੈ। ਸਿਫਤ ਸਲਾਹ ਦਾ ਮਤਲਬ, ਆਰਤੀ ਕਰਨ ਦਾ ਮਤਲਬ ਹੈ ਪਰਮੇਸ਼ਰ ਨੂੰ ਖੁਸ਼ ਕਰਨਾ। ਅਤੇ ਉਹਨੂੰ ਜਿਵੇਂ ਵੀ ਖੁਸ਼ ਕੀਤਾ ਜਾ ਸਕਦਾ, ਉਹੀ ਉਹਦੀ ਸਿਫਤ ਹੈ, ਉਹੀ ਉਹਦੀ ਆਰਤੀ ਹੈ। ਜਿਸ ਵੇਲੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਯਾਤਰਾ ਦੌਰਾਨ ਜਗਨਨਾਥ ਪਹੁੰਚੇ, ਇੱਕ ਮੰਦਰ ਦੇ ਕੋਲ ਗਏ, ਜਿੱਥੇ ਜਾ ਕਰ ਕੇ ਉਹਨਾਂ ਨੇ ਮੰਦਰ ਦੇ ਪੁਜਾਰੀਆਂ ਨੂੰ, ਪੰਡਿਆਂ ਨੂੰ ਆਰਤੀ ਕਰਦੇ ਵੇਖਿਆ, ਅਤੇ ਉੱਥੇ ਹੀ ਉਹ ਵੀ ਜਾ ਕੇ ਬੈਠ ਗਏ। ਆਰਤੀ ਕਰਨ ਵਾਲੇ ਪੁਜਾਰੀਆਂ ਨੇ ਆਰਤੀ ਵਾਲਾ ਥਾਲ ਘੁਮਾਉਂਦੇ ਹੋਏ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਵੱਲ ਕੀਤਾ। ਇਹਨਾਂ ਨੇ ਉਹ ਥਾਲ ਨਾ ਫੜਿਆ, ਨਾ ਆਰਤੀ ਕੀਤੀ, ਨਾ ਥਾਲ ਘੁਮਾਇਆ। ਜਦ ਉਹਨਾਂ ਨੇ ਆਰਤੀ ਪੂਰੀ ਕਰ ਲਈ, ਫਿਰ ਬਾਅਦ ਵਿੱਚ ਉਹ ਪੁੱਛਣ ਲੱਗੇ ਵੀ ਕੀ ਗੱਲ, ਤੁਸੀਂ ਵੀ ਪਰਮੇਸ਼ਰ ਦੇ ਫਕੀਰ ਹੋ, ਤੁਸੀਂ ਆਰਤੀ ਕਿਉਂ ਨਹੀਂ ਕੀਤੀ?
ਤਾਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਪਾਂਡਾ ਜੀ ਅਸੀਂ ਆਰਤੀ ਕਰਦੇ ਨਹੀਂ, ਸੁਣਦੇ ਹੁੰਦੇ ਹਾਂ, ਦੇਖਦੇ ਹੁੰਦੇ ਹਾਂ। ਉਹ ਕਹਿਣ ਲੱਗੇ ਉਹ ਕਿਸ ਤਰ੍ਹਾਂ? ਕਹਿੰਦੇ ਆਰਤੀ ਤਾਂ ਪਰਮੇਸ਼ਰ ਦੀ 24 ਘੰਟੇ ਹੋ ਰਹੀ ਆ, ਤੁਸੀਂ ਕਿਸ ਦੀ ਆਰਤੀ ਕਰਦੇ ਹੋ? ਕਹਿੰਦੇ ਜਗਨਨਾਥ ਦੀ। ਜਗਨਨਾਥ ਦੀ ਆਰਤੀ ਤਾਂ 24 ਘੰਟੇ। ਜਗਨਨਾਥ ਕਿੱਥੇ ਹੈ? ਉਹਨਾਂ ਨੇ ਇੱਕ ਮੂਰਤੀ ਵੱਲ ਹੱਥ ਕੀਤਾ, ਇਹ ਦੇਖੋ ਨਾ ਜਗਨਨਾਥ ਦੀ ਮੂਰਤੀ ਹੈ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਪਾਂਡਾ ਜੀ ਕੀ ਪਰਮੇਸ਼ਰ ਇਸ ਮੂਰਤੀ ਵਿੱਚ ਹੈ? ਸੰਸਾਰ ਕਿੱਡਾ ਵੱਡਾ ਹੈ ਅਤੇ ਮਾਲਕ ਉਸ ਤੋਂ ਵੱਡਾ ਹੁੰਦਾ ਆਪਣੀ ਬਣਾਈ ਹੋਈ ਵਸਤੂ ਤੋਂ। ਪਰਮੇਸ਼ਰ ਨੇ ਸੰਸਾਰ ਬਣਾਇਆ ਅਤੇ ਪਰਮੇਸ਼ਰ ਇਸ ਤੋਂ ਵੱਡਾ ਹੈ, ਛੋਟਾ ਨਹੀਂ ਹੈ ਇੱਦੋਂ। ਇਸ ਕਰਕੇ ਉਹ ਜਿਹੜਾ ਪਰਿਪੂਰਨ ਪਰਮੇਸ਼ਰ ਪਰਮਾਤਮਾ ਹੈ, ਉਹ ਤਾਂ ਕੁਦਰਤ ਵਿੱਚ ਵਸਿਆ ਹੋਇਆ ਹੈ ਅਤੇ ਸਾਰੀ ਕੁਦਰਤ ਉਹਦੀ ਆਰਤੀ ਕਰ ਰਹੀ ਹੈ। ਪਾਂਡਿਆਂ ਨੇ ਪੁੱਛਿਆ ਉਹ ਕਿਸ ਤਰ੍ਹਾਂ, ਸਾਨੂੰ ਵੀ ਦੱਸੋ। ਤਾਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਰਾਗ ਧਨਾਸਰੀ ਵਿੱਚ ਸ਼ਬਦ ਉਚਾਰਿਆ, ਗਗਨ ਮਹਿ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਣ ਲੋ ਪਵਨ ਚਵਰੋ ਕਰੈ, ਸਗਲ ਬਨ ਰਾਏ ਫੁਲੰਤ ਜੋਤੀ। ਜਿਹੜਾ ਆਕਾਸ਼ ਹੈ, ਗਗਨ ਹੈ, ਇਹ ਥਾਲ ਹੈ ਵੱਡਾ। ਇਹਦੇ ਵਿੱਚ ਚੰਦਰਮਾ ਅਤੇ ਸੂਰਜ ਜੋ ਦੋ ਦੀਵੇ ਹਨ। ਤਾਰੇ ਜਿਹੜੇ ਹਨ ਉਹ ਮੋਤੀਆਂ ਦੀ ਤਰ੍ਹਾਂ ਰੱਖੇ ਹੋਏ ਹਨ। ਜਿਵੇਂ ਤੁਸੀਂ ਥਾਲ ਵਿੱਚ ਦੀਵਾ ਰੱਖਿਆ, ਫੁੱਲ ਰੱਖੇ ਨਾ, ਪਰਮੇਸ਼ਰ ਨੇ ਇਸ ਥਾਲ ਵਿੱਚ ਚੰਦਰਮਾ ਅਤੇ ਸੂਰਜ ਦੋ ਦੀਵੇ ਜੋ 24 ਘੰਟੇ ਚੱਲਦੇ ਆ। ਤਾਰੇ ਮੋਤੀਆਂ ਦੀ ਨਿਆਈ ਹਨ ਅਤੇ 24 ਘੰਟੇ ਆਰਤੀ ਹੋ ਰਹੀ ਆ। ਗਗਨ ਮਹਿ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਣ ਲੋ ਪਵਨ ਚਵਰੋ ਕਰੈ, ਸਗਲ ਬਨ ਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਣਹੱਤਾ ਸ਼ਬਦ ਵਾਜੰਤ ਭੇਰੀ ਰਹਾਓ। ਔਰ ਉਸ ਦੇ ਦਰ 'ਤੇ ਜਿਹੜੀਆਂ ਅਨੇਕਾਂ ਤਰ੍ਹਾਂ ਦੀਆਂ ਆਵਾਜ਼ਾਂ ਵੀ ਆ ਰਹੀਆਂ, ਅਣਹੱਦ ਵਾਜੇ ਵੱਜਣੇ। ਅਣਹੰਤਾ ਸ਼ਬਦ ਵਾਜੰਤ ਭੇਰੀ ਰਹਾਓ। ਇੰਨਾ ਕਹਿ ਕੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਰੁਕ ਗਏ। ਫਿਰ ਪੁਜਾਰੀ ਪੁੱਛਣ ਲੱਗੇ, ਠੀਕ ਹੈ ਇਹ ਉਸ ਦੀ ਆਰਤੀ ਹੋ ਰਹੀ ਹੈ, ਪਰ ਪਰਮੇਸ਼ਰ ਕਿੱਥੇ ਹੈ? ਮੰਨਿਆ ਕਿ ਕੁਦਰਤ ਜਿਹੜੀ ਹੈ ਉਹਦੀ ਆਰਤੀ ਕਰ ਰਹੀ ਹੈ। ਆਕਾਸ਼ ਦੇ ਵਿੱਚ ਦੀਵੇ ਹਨ, ਮੰਨ ਲਿਆ। ਧੂਫ ਮਲਿਆਣ ਲੋ ਹਿਮਾਲਿਆ ਪਰਬਤ ਵੱਲੋਂ ਜੋ ਚੰਦਨ ਦੇ ਪਹਾੜ ਹੈ, ਧੂਫ ਆ ਰਹੀ ਹੈ, ਖੁਸ਼ਬੂ ਆ ਰਹੀ ਹੈ। ਹਵਾ ਜੋ ਚੱਲ ਰਹੀ ਹੈ ਮਾਨੋ ਇਹ ਦਰਖਤਾਂ ਨੂੰ ਹਿਲਾ ਕੇ ਚੌਰ ਕਰਦੀ ਹੈ। ਸਗਲ ਬਨ ਰਾਏ ਫੁਲੰਤ ਜੋਤੀ। ਸਾਰੇ ਬਨ ਰਾਜ ਭਾਵ ਦਰਖਤ, ਪੇੜ ਪੌਦੇ ਆਪੋ ਆਪਣੇ ਫੁੱਲ ਫਲ ਪੈਦਾ ਕਰਕੇ ਉਸ ਪਰਮੇਸ਼ਰ ਤੋਂ ਵਾਰ ਰਹੇ ਆ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਣਹੱਤਾ ਸ਼ਬਦ ਵਾਜੰਤ ਭੇਰੀ। ਕਿਤਨੀ ਸੋਹਣੀ ਆਰਤੀ ਹੋ ਰਹੀ ਹੈ ਉਸ ਪਰਮੇਸ਼ਰ ਦੀ। ਅਣਹੱਦ ਵਾਜੇ ਵੱਜ ਰਹੇ ਹਨ। ਤਾਂ ਪੰਡਤਾਂ ਨੇ ਪੁੱਛਿਆ ਵੀ ਜਿਹਦੀ ਆਰਤੀ ਹੋ ਰਹੀ ਹੈ ਉਹ ਕਿੱਥੇ ਹੈ? ਅਤੇ ਫਿਰ ਪਾਤਸ਼ਾਹ ਰਹਾਉ ਤੋਂ ਬਾਅਦ ਅਗਲਾ ਸ਼ਬਦ ਉਚਾਰਦੇ ਹੈ, ਰਹਾਉ ਸਹਿਸ ਤਵ ਨੈਣ ਨਣ ਨੈਣ ਹਾਹੇ ਤੋਹੇ ਕੋ। ਉਹਦੀਆਂ ਦੋ ਅੱਖਾਂ ਨਹੀਂ,
ਇਹਨਾਂ ਹਜ਼ਾਰਾਂ ਅੱਖਾਂ 'ਚੋਂ ਉਹੋ ਹੀ ਵੇਖਦਾ ਹੈ। ਸਹਿਸ ਮੂਰਤ ਨਨਾ ਏਕ ਤੋਹੀ, ਇਹਨਾਂ ਹਜ਼ਾਰਾਂ ਸਰੀਰਾਂ ਦੇ ਵਿੱਚ ਉਹੋ ਹੀ ਤੁਰਿਆ ਫਿਰਦਾ ਹੈ। ਸਹਿਸ ਪਦ ਬਿਮਲ, ਇਹ ਹਜ਼ਾਰਾਂ ਪੈਰਾਂ ਦੇ ਵਿੱਚ, ਇਹਨਾਂ ਹਜ਼ਾਰਾਂ ਸਰੀਰਾਂ ਦੇ ਵਿੱਚ, ਜੀਵਾਂ ਦੇ ਵਿੱਚ ਪਰਮੇਸ਼ਰ ਹੀ ਵਸਦਾ ਹੈ। ਸਾਰੀ ਕੁਦਰਤ ਕਰਕੇ ਵਸਿਆ ਸੋਏ ਦੇ ਮਹਾਂਵਾਕ ਅਨੁਸਾਰ ਸਾਰੀ ਕੁਦਰਤ ਵਿੱਚ ਉਸ ਦਾ ਵਾਸਾ ਹੈ। ਸਹਿਸ ਪਦ ਗੰਧ, ਸਹਿਸ ਪਦ ਬਿਮਲ ਨਨਾ ਏਕ ਪਦ, ਉਹਦਾ ਇੱਕ ਪੈਰ ਨਹੀਂ, ਦੋ ਪੈਰ ਨਹੀਂ, ਹਜ਼ਾਰਾਂ ਪੈਰਾਂ 'ਤੇ ਉਹ ਫਿਰਦਾ ਹੈ। ਗੰਧ ਬਿਨਾ ਸਹਿਸ ਤਵ ਗੰਧ, ਨੱਕ ਤੋਂ ਬਗੈਰ ਹੈ ਉਹ। ਤੇ ਜਿਹੜੇ ਇਹਨਾਂ ਸਰੀਰਾਂ 'ਤੇ ਹਜ਼ਾਰਾਂ ਨੱਕ ਲੱਗੇ ਨੇ, ਖੁਸ਼ਬੂ ਉਹੋ ਹੀ ਲੈਂਦਾ ਹੈ। ਗੰਧ ਬਿਨਾ ਸਹਿਸ ਤਵ ਗੰਧ, ਇਵ ਚਲਤ ਮੋਹੀ, ਐਸੀਆਂ ਉਹਦੀਆਂ ਚਾਲਾਂ ਨੇ ਮੈਨੂੰ ਮੋਹ ਲਿਆ ਹੈ। ਸਭ ਮਹਿ ਜੋਤ, ਜੋਤ ਹੈ ਸੋਏ, ਸਾਰਿਆਂ ਦੇ ਵਿੱਚ ਉਹਦਾ ਵਾਸਾ ਹੈ। ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਚਾਨਣ ਦਾ ਭਾਵ ਗਿਆਨ, ਉਸ ਦਾ ਦਿੱਤਾ ਹੋਇਆ ਗਿਆਨ ਹੀ ਸਾਡੇ ਵਿੱਚ ਪ੍ਰਕਾਸ਼ ਕਰ ਰਿਹਾ ਹੈ। ਗੁਰਸਾਖੀ ਜੋਤ ਪ੍ਰਗਟ ਹੋਏ। ਜੇ ਉਸ ਜੋਤ ਨੂੰ, ਉਸ ਗਿਆਨ ਨੂੰ, ਉਸ ਪਰਮੇਸ਼ਰ ਨੂੰ ਜਾਣਨਾ ਹੈ ਤਾਂ ਗੁਰੂ ਦੀ ਕਿਰਪਾ ਲੈਣੀ ਪੈਣੀ ਹੈ। ਜੋ ਤਿਸ ਭਾਵੈ ਸੋ ਆਰਤੀ ਹੋਏ, ਜੋ ਉਸ ਨੂੰ ਭਾਉਂਦਾ ਹੈ ਉਹੋ ਹੀ ਆਰਤੀ ਹੈ। ਕੇਵਲ ਉਹ ਥਾਲ ਘੁਮਾ ਕੇ ਹੀ ਖੁਸ਼ ਨਹੀਂ ਹੁੰਦਾ, ਬਸ ਉਹਦੇ ਹੁਕਮ ਅੰਦਰ ਚੱਲਣਾ ਹੀ ਆਰਤੀ ਹੈ, ਉਹਦੇ ਭਾਣੇ ਨੂੰ ਮੰਨਣਾ ਹੀ ਆਰਤੀ ਹੈ। ਜੋ ਤਿਸ ਭਾਵੈ ਸੋ ਆਰਤੀ ਹੋਏ, ਹਰ ਚਰਨ ਕਵਲ ਮਕਰੰਦ ਲੋਭਿਤ। ਇਹ ਪਰਮੇਸ਼ਰ ਹਰੀ, ਮੈਂ ਤੇਰੇ ਚਰਨਾਂ ਦਾ ਭੌਰਾ, ਤੇਰੀ ਖੁਸ਼ਬੂ ਦਾ ਲੋਭੀ, ਤੇਰੀ ਕਿਰਪਾ ਦਾ ਲੋਭੀ। ਮਨੋ ਅਣਦਿਨੋ ਮੋਹੇ ਆਹੀ ਪਿਆਸਾ, ਮੇਰੇ ਮਨ ਵਿੱਚ ਹਮੇਸ਼ਾ ਦਿਨ ਰਾਤ ਇਹੋ ਹੀ ਪਿਆਸ ਹੈ, ਲੱਗੀ ਰਹਿੰਦੀ ਹੈ। ਕਿਰਪਾ ਜਲ ਦੇਹ ਨਾਨਕ ਸਾਰੰਗ ਕੋ, ਹੋਏ ਜਾਂ ਤੇ ਤੇਰਾ ਨਾਏ ਵਾਸਾ। ਇਸ ਕਿਰਪਾ ਦੇ ਪਿਆਸੇ ਪਪੀਹੇ ਨਾਨਕ ਨੂੰ ਆਪਣੀ ਕਿਰਪਾ ਦਾ ਜਲ ਦੇ, ਤਾਂ ਕਿ ਮੈਂ ਤੇਰੇ ਨਾਮ ਦੇ ਵਿੱਚ ਸਮਾ ਜਾਵਾਂ। ਇਸੇ ਤਰ੍ਹਾਂ ਹੀ ਅੱਜ ਦਾ ਜਿਹੜਾ ਸ਼ਬਦ ਹੈ ਇਸੇ ਵਿਸ਼ੇ 'ਤੇ ਹੀ ਹੈ। ਮਾਝ ਮਹੱਲਾ ਪੰਜਵਾ। ਸਿਫਤ ਸਲਾਹਣ ਤੇਰਾ ਹੁਕਮ ਰਜਾਈ, ਤੇਰੀ ਸਿਫਤ ਸਲਾਹ ਕਰਨੀ ਤਾਂ ਹੀ ਪ੍ਰਵਾਨ ਹੈ। ਜੇ ਤੇਰੇ ਹੁਕਮ ਅੰਦਰ ਚੱਲਿਆ ਜਾਵੇ, ਤੇਰੀ ਰਜਾ ਵਿੱਚ ਚੱਲਿਆ ਜਾਵੇ। ਸੋ ਗਿਆਨ ਧਿਆਨ ਜੋ ਤੁਧ ਭਾਈ, ਉਹੋ ਹੀ ਗਿਆਨ ਹੈ, ਉਹੋ ਹੀ ਧਿਆਨ ਹੈ। ਜੋ ਤੈਨੂੰ ਚੰਗਾ ਲੱਗਦਾ ਹੈ, ਜੋ ਤੈਨੂੰ ਭਾਉਂਦਾ ਹੈ, ਸੋਈ ਜਪ ਜੋ ਪ੍ਰਭ ਜੀਉ ਭਾਵੈ, ਉਹੋ ਹੀ ਜਪ ਹੈ ਜੋ ਪਰਮੇਸ਼ਰ ਨੂੰ ਭਾਉਂਦਾ ਹੈ। ਭਾਣੈ ਪੂਰ ਗਿਆਨਾ ਜੀਓ, ਤੇਰੇ ਭਾਣੇ ਵਿੱਚ ਹੀ ਜੀਵ ਨੂੰ ਗਿਆਨ ਪ੍ਰਾਪਤ ਹੋ ਸਕਦਾ ਹੈ। ਇਸ ਤਰ੍ਹਾਂ ਬਾਣੀ ਦਾ ਬਚਨ ਹੈ, ਜਿਸੈ ਜਨਾਏ ਸੋ ਜਨ ਜਾਣੈ, ਨਾਨਕ ਹਰ ਗੁਣ ਆਖ ਵਖਾਣੈ। ਜਿਨ੍ਹਾਂ ਨੂੰ ਤੂੰ ਜਨਾਉਂਦਾ ਹੈ ਉਹੋ ਹੀ ਜਾਣ ਸਕਦੇ ਹੈ। ਤੇ ਜਾਣ ਕਰਕੇ ਤੇਰੇ ਗੁਣਾਂ ਨੂੰ ਵਖਾਣਾ, ਭਾਵ ਬਿਆਨ ਕਰਦੇ ਹਨ, ਗਾਉਣਾ ਕਰਦੇ ਹਨ। ਪ੍ਰੀਤਮ ਜੀ ਕਹਿੰਦੇ, ਸੋਈ ਜਪ, ਜਪ ਉਹ ਨਹੀਂ ਜਿਹੜਾ ਅਸੀਂ ਕੇਵਲ ਗੁਰੂ ਪਿਆਰਿਓ ਕਰਮ ਕਾਂਡ ਕਰਦੇ ਹਾਂ, ਜਾਂ ਜਿਵੇਂ ਪੁਰਾਣੀਆਂ ਰੀਤਾਂ ਚੱਲੀਆਂ ਆਉਂਦੀਆਂ, ਮਨੁੱਖ ਉਹਨਾਂ ਰੀਤਾਂ ਨੂੰ ਮੰਨ ਕੇ ਕਹੇ ਕਿ ਹਾਂ ਬਸ ਇਹੋ ਹੀ ਆ, ਹੋਰ ਕੁਛ ਨਹੀਂ।
ਲਕੀਰ ਦੇ ਫਕੀਰ ਹੋਣਾ। ਪਰਮੇਸ਼ਰ ਦੇ ਦਰ 'ਤੇ ਪ੍ਰੇਮ ਦੀ ਖੇਡ ਹੈ। ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਸ ਨੇ ਪ੍ਰੇਮ ਕੀਤਾ ਉਸੇ ਨੇ ਹੀ ਪਰਮੇਸ਼ਰ ਨੂੰ ਪਾਇਆ। ਭਾਣੈ ਪੂਰ ਗਿਆਨਾ ਜੀਓ, ਤੇਰੇ ਭਾਣੇ ਵਿੱਚ ਚੱਲਿਆਂ ਹੀ ਜੀਵ ਨੂੰ ਗਿਆਨ ਹੋ ਸਕਦਾ। ਅੰਮ੍ਰਿਤ ਨਾਮ ਤੇਰਾ ਸੋਈ ਗਾਵੈ। ਪਰਮੇਸ਼ਰ ਦਾ ਪਿਆਰਾ ਨਾਮ ਜਿਹੜਾ ਹੈ, ਨਾਮ ਰਸ ਦੇਣ ਵਾਲਾ ਨਾਮ, ਉਹੀ ਗਾ ਸਕਦਾ ਹੈ ਜਿਨ੍ਹਾਂ 'ਤੇ ਉਹਦੀ ਕਿਰਪਾ ਹੋਵੇ। ਬੜ ਭਾਗੀ ਸਤਸੰਗਤ ਪਾਵੈ, ਭਾਗਹੀਨ ਭਰਮ ਚੋਟਾਂ ਖਾਵੈ। ਬਿਨ ਭਾਗਾਂ ਸਤਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਭਾਗਾਂ ਤੋਂ ਬਗੈਰ ਸਤਸੰਗ ਨਹੀਂ ਮਿਲਦੀ, ਅਤੇ ਸਤਸੰਗ ਤੋਂ ਬਗੈਰ ਜਿਹੜਾ ਹੈ ਮਨੁੱਖ ਦੇ ਅੰਦਰ ਗਿਆਨ ਨਹੀਂ ਹੋ ਸਕਦਾ। ਇਸ ਕਰਕੇ ਉਹਦੇ ਹੁਕਮ ਦੇ ਨਾਲ ਹੀ ਮਨੁੱਖ ਨੂੰ ਪਰਮੇਸ਼ਰ ਦੇ ਪਿਆਰਿਆਂ ਦਾ ਮਿਲਾਪ ਹੁੰਦਾ। ਸੋ ਗਿਆਨ ਧਿਆਨ ਜੋ ਤੁਧ ਭਾਏ, ਉਹ ਹੀ ਗਿਆਨ ਧਿਆਨ ਹੈ ਜਿਹੜਾ ਤੈਨੂੰ ਚੰਗਾ ਲੱਗਦਾ। ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਸ ਨੂੰ ਪ੍ਰੇਮ ਚੰਗਾ ਲੱਗਦਾ। ਉਹਦੇ ਦਰ 'ਤੇ ਕੋਈ ਪੜ੍ਹਿਆ ਜਾਂ ਅਨਪੜ੍ਹਿਆ ਫਰਕ ਨਹੀਂ ਰੱਖਦਾ। ਜਿਸ ਤਰ੍ਹਾਂ ਜੇ ਕੋਈ ਪੜ੍ਹਿਆ ਲਿਖਿਆ ਧਰਮੀ ਬੰਦਾ ਗਲਤੀ ਕਰਦਾ ਹੈ, ਇਹਦਾ ਮਤਲਬ ਨਹੀਂ ਕਿ ਉਹ ਛੱਡਿਆ ਜਾਵੇਗਾ। ਉਸੇ ਨੂੰ ਸਜ਼ਾ ਮਿਲਣੀ ਹੈ, ਉਹਦੇ ਥਾਂ 'ਤੇ ਕਿਸੇ ਅਨਪੜ੍ਹ ਨੂੰ ਸਜ਼ਾ ਨਹੀਂ ਮਿਲਣੀ। ਜਿਸ ਤਰ੍ਹਾਂ ਆਸਾ ਦੀ ਵਾਰ ਦਾ ਬਚਨ ਹੈ, ਓਮੀ ਸਾਧ ਨਾ ਮਾਰੀ ਹੈ। ਓਮੀ ਹੁੰਦਾ ਜਿਹੜਾ ਕੇਵਲ ਓਮ ਕਹਿਣ ਜਾਣਦਾ, ਅਤੇ ਉਹ ਜਿਹੜੇ ਚਾਰਾਂ ਵੇਦਾਂ ਦੇ ਵਕਤੇ ਹਨ, ਪੜ੍ਹੇ ਲਿਖੇ। ਤੇਰੇ ਦਰ 'ਤੇ ਜਿਹੜਾ ਫੈਸਲਾ ਹੁੰਦਾ ਉਹ ਸੱਚ ਦਾ ਫੈਸਲਾ ਹੁੰਦਾ ਹੈ। ਉੱਥੇ ਪੜ੍ਹੇ ਅਨਪੜ੍ਹੇ ਦਾ ਕੋਈ ਫਰਕ ਨਹੀਂ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਅੰਮ੍ਰਿਤ ਨਾਮ ਤੇਰਾ ਸੋਈ ਗਾਵੈ, ਜੋ ਸਾਹਿਬ ਤੇਰੇ ਮਨ ਭਾਵੈ। ਤੂੰ ਸੰਤਨ ਕਾ ਸੰਤ ਤੁਮਾਰੇ, ਤੂੰ ਆਪਣੇ ਪਿਆਰਿਆਂ ਦਾ ਹੈ, ਤੇਰੇ ਪਿਆਰੇ ਤੇਰੇ ਹਨ। ਜਿਸ ਤਰ੍ਹਾਂ ਬਚਨ ਹੈ, ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਜੁਗਾਂ ਜੁਗਾਂਤਰਾਂ ਤੋਂ ਹੀ ਪਰਮੇਸ਼ ਆਪਣੇ ਭਗਤਾਂ ਨੂੰ ਪੈਦਾ ਕਰਕੇ, ਸੰਤਾਂ ਨੂੰ ਪੈਦਾ ਕਰਕੇ ਉਹਨਾਂ ਦੀ ਲਾਜ ਵੀ ਰੱਖਦਾ ਹੈ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਹਰਨਾਕਸ਼ ਵਰਗੇ ਦੁਸ਼ਟਾਂ ਦਾ ਖਾਤਮਾ ਕੀਤਾ। ਭਗਤ ਪ੍ਰਹਿਲਾਦ ਵਰਗੇ ਭਗਤਾਂ ਦੀ ਲਾਜ ਰੱਖੀ। ਧੰਨਾ ਭਗਤ ਕਬੀਰ ਭਗਤ, ਇਹਨਾਂ ਭਗਤਾਂ ਦੀ, ਪ੍ਰਹਿਲਾਦ ਭਗਤ, ਧਰੁਵ ਭਗਤ, ਸਮੇਂ ਸਮੇਂ 'ਤੇ ਇਹਨਾਂ ਦੀ ਲਾਜ ਰੱਖੀ। ਕਿਉਂਕਿ ਸੰਤ ਭਗਤ ਉਸ ਪਰਮੇਸ਼ਰ ਦੇ ਆਪਣੇ ਹਨ। ਹਰ ਜੁਗ ਜੁਗ ਭਗਤ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦੇਵ ਮੁਖ ਲਾਇਆ। ਜਾਂ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ। ਐਸਾ ਪਰਿਪੂਰਨ ਪਰਮੇਸ਼ਰ ਪਰਮਾਤਮਾ ਹੈ। ਤੂੰ ਸੰਤਨ ਕਾ ਸੰਤ ਤੁਮਾਰੇ, ਤੂੰ ਸੰਤਨ ਕੇ ਪ੍ਰਾਨਾ ਜੀਓ। ਤੂੰ ਸੰਤਾਂ ਹੈ, ਸੰਤ ਤੇਰੇ ਹਨ। ਤੂੰ ਸੰਤਾਂ ਦਾ ਜੀਵਨ ਹੈ, ਸੰਤਾਂ ਦੀ ਜ਼ਿੰਦਗੀ ਜਾਨ ਤੂੰ ਹੈ। ਤੂੰ ਹੀ ਆਪਣੇ ਪਿਆਰਿਆਂ ਦਾ ਸਭ ਕੁਝ ਹੈ, ਜੀਵਨ ਹੈ, ਜਾਨ ਹੈ। ਪ੍ਰਾਣ ਹੈ। ਜਿਸ ਤਰ੍ਹਾਂ 10ਵੇਂ ਪਾਤਸ਼ਾਹ ਜੀ ਖਾਲਸੇ ਨੂੰ ਪਿਆਰ ਕਰਦੇ ਆ, ਅਤੇ ਉਸ ਪਿਆਰ ਦੇ ਵਿੱਚ ਆ ਕੇ ਕੀ ਕਹਿੰਦੇ ਆ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੋ ਨਿਵਾਸ। ਖਾਲਸਾ ਮੇਰੀ ਜਾਨ ਕੋ ਜਾਨ,
खालसा मेरो प्राण को प्राण, खालसा मेरो मुख है अंगा, खालसे के हों सत सत संगा। जब लग खालसा रहे न्यारा, तब लग तेज दियो मैं सारा। जावे गह विपन्न की रीत, मैं न करो इनकी प्रतीत। इस करके पातशाह जी जिस तरह खालसे नूं वडियाई दिंदे है, इसी तरह जुगां जुगांतरां तो परमेश्वर ने अपने प्यारे संतां भगतां नूं वडियाई दित्ती है। पंजवें पातशाह जी ने ਉਹੀ बख्शिश कीते ਹਨ बचन कि तू संतां दा है, संत तेरे हन, तू संतां दी जान है। तू संतन के प्राणा जियो, उन संतन कै मेरा मन कुर्बान है। मैं उन्हां तेरे प्यारिਆਂ ਤੋਂ ਕੁਰਬਾਨ ਜਾਂਦਾ ਹਾਂ, ਬਲਿਹਾਰੇ ਜਾਂਦਾ ਹਾਂ। ਜਿਨ ਤੂੰ ਜਾਤਾ ਜੋ ਤੁਧ ਮਨ ਭਾਨੇ, ਜਿਨ੍ਹਾਂ ਨੇ ਤੈਨੂੰ ਜਾਣ ਲਿਆ, ਜਿਹੜੇ ਤੈਨੂੰ ਭਾਗੇ, ਮੈਂ ਉਹਨਾਂ ਤੋਂ ਵੀ ਬਲਿਹਾਰੇ ਜਾਂਦਾ ਹਾਂ। ਮੈਂ ਉਹਨਾਂ ਤੋਂ ਬਲਿਹਾਰੇ ਜਾਂਦਾ ਹਾਂ ਜਿਹੜੇ ਤੈਨੂੰ ਭਾ ਗਏ, ਜਿਹੜੇ ਤੈਨੂੰ ਚੰਗੇ ਲੱਗੇ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ तू संतन का संत तुम्हारे, संत सह मन माना जियो। तू अपने प्यारिਆਂ ਨਾਲ ਓਤ ਪੋਤ ਹੈ, ਇਕਮ ਇੱਕ ਹੈ। ਜਿਸ ਤਰ੍ਹਾਂ ਪਿੱਛੇ ਬਚਨ ਪੜ੍ਹਿਆ ਸੀ, ਕਰ ਕਿਰਪਾ ਭਗਤਨ ਸੰਗ ਰਾਤੇ। ਤੂੰ ਆਪਣੇ ਭਗਤਾਂ ਦੇ ਵਿੱਚ ਤਾਣੇ ਪੇਟੇ ਦੀ ਨਿਆਈ ਰੰਗਿਆ ਹੋਇਆ, ਵਸਿਆ ਹੋਇਆ ਹੈ। तू संतन का संत तुम्हारे, संत सह मन माना जियो। तू संतन की करें प्रतिपाला, तू अपने प्यारिਆਂ ਦੀ ਆਪ ਸੰਭਾਲ ਕਰਦਾ ਹੈ, ਪਾਲਣਾ ਕਰਦਾ ਹੈ, ਪੋਸ਼ਣ ਕਰਦਾ ਹੈ। ਸੰਤ ਖੇਲੇ ਤੁਮ ਸੰਗ ਗੋਵਾਲਾ, ਗੋਪਾਲਾ ਹੈ ਪਰਮੇਸ਼ਰ। ਤੇਰੇ ਭਗਤ ਤੇਰੇ ਨਾਲ ਖੇਡਦੇ ਹਨ, ਤੂੰ ਉਹਨਾਂ ਨਾਲ ਚੋਜ ਕਰਦਾ ਹੈ। ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਖੇਲਤ ਖੇਲਤ ਹਾਲ ਕਰ, ਜੋ ਕਿਛ ਹੋਏ ਸੋ ਹੋਏ। ਪਰਮੇਸ਼ਰ ਦੇ ਪਿਆਰੇ ਪਰਮੇਸ਼ਰ ਨਾਲ ਖੇਡਦੇ ਹੋਏ, ਭਾਵ ਉਹਦੇ ਨਾਲ ਇੱਕਮਿਕ ਹੋ ਕੇ ਫਿਰ ਉਹਦੇ ਹੁਕਮ ਅੰਦਰ ਚੱਲਦੇ ਹਨ, ਪਿੱਛੇ ਜੋ ਕੁਝ ਮਰਜ਼ੀ ਹੁੰਦਾ ਰਹੇ। ਕਬੀਰ ਸਾਹਿਬ ਜੀ ਕਹਿੰਦੇ, ਅਗਰ ਤੂੰ ਖੇਡਣਾ ਹੈ ਤਾਂ ਪਾਕੇ ਸੇਤੀ ਖੇਲ, ਭਾਵ ਰੱਬ ਦੇ ਪਿਆਰਿਆਂ ਦੇ ਨਾਲ ਖੇਡ, ਰੱਬ ਨਾਲ ਖੇਡ, ਰੱਬ ਨਾਲ ਜੁੜ। ਕਾਚੀ ਸਰਸੋਂ ਪੇਲ ਕੇ ਨਾ ਖਲ ਭਈ ਨਾ ਤੇਲ। ਜੇ ਕੱਚੀ ਸਰੋਂ ਦੀ ਗੱਲ ਕਰੀਏ, ਭਾਵ ਹਰੀ ਹਰੀ ਸਰੋਂ ਜਦ ਨਿਕਲੀ ਹੁੰਦੀ ਹੈ, ਉਸ ਵੇਲੇ 'ਚ ਤੇਲ ਨਹੀਂ ਹੁੰਦਾ, ਜਿੰਨਾ ਚਿਰ ਉਹ ਪੱਕਦੀ ਨਹੀਂ, ਸੁੱਕਦੀ ਨਹੀਂ, ਫਿਰ ਉਹ 'ਚ ਤੇਲ ਬਣਦਾ ਹੈ। ਜੋ ਤੋ ਖੇਲ ਪਿਰਮ ਕੀ, ਪਾਕੇ ਸੇਤੀ ਖੇਲ। ਜੇ ਤੈਨੂੰ ਪਿਆਰੇ ਨਾਲ ਖੇਡਣ ਦਾ ਚਾਅ ਹੈ ਤਾਂ ਉਹਦੇ ਸੰਤਾਂ ਭਗਤਾਂ ਦੀ ਸੰਗਤ ਕਰ, ਪੱਕਿਆਂ ਦੀ ਸੰਗਤ ਕਰ। ਜੋ ਤੋ ਖੇਲ ਪਿਰਮ ਕੀ, ਪਾਕੇ ਸੇਤੀ ਖੇਲ। ਕਾਚੀ ਸਰਸੋਂ ਪੇਲ ਕੇ ਨਾ ਖਲ ਭਈ ਨਾ ਤੇਲ। ਕੱਚੀ ਸਰੋਂ ਦੀ ਨਾ ਖਲ ਬਣਨੀ ਹੈ, ਨਾ ਖੇਲ ਆਪਣਾ ਤੇਲ ਬਣਨਾ, ਭਾਵ ਜ਼ਿੰਦਗੀ ਵਿਅਰਥ ਜਾਣੀ ਹੈ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਤੂੰ ਸੰਤਨ ਕੀ ਕਰੇ ਪ੍ਰਤਪਾਲਾ, ਸੰਤ ਖੇਲੈ ਤੁਮ ਸੰਗ ਗੋਪਾਲਾ। ਆਪਣੇ ਸੰਤ ਉਦ ਖਰੇ ਪਿਆਰੇ, ਤੈਨੂੰ ਤੇਰੇ ਸੰਤਾਂ ਦਾ ਹੀ ਬਹੁਤ ਪਿਆਰ ਹੈ।
ਭਗਤਾਂ ਨੂੰ ਸੰਤਾਂ ਨੂੰ ਪਰਮੇਸ਼ਰ 'ਤੇ ਮਾਣ ਹੈ ਅਤੇ ਪਰਮੇਸ਼ਰ ਨੂੰ ਆਪਣੇ ਪਿਆਰਿਆਂ 'ਤੇ ਮਾਣ ਹੈ। ਪਰਮੇਸ਼ਰ ਵੀ ਕਹਿੰਦੇ ਹਨ, ਮੇਰੀ ਬਾਂਦੀ ਭਗਤ ਛਡਾਵੈ, ਬਾਂਧੈ ਭਗਤ ਨ ਛੂਟੈ ਮੋਹੇ। ਏਕ ਸਮੇਂ ਮੌਕੋ ਗਹਿ ਬਾਂਧੇ, ਤਉ ਫੁਨ ਮੋਹ ਪੈ ਜਵਾਬ ਨਾ ਹੋਏ। ਕਿ ਭਗਤ ਵੀ ਕਹਿੰਦੇ ਹਨ ਕਿ ਮਹਾਰਾਜ ਤੈਨੂੰ ਪ੍ਰਗਟ ਕਰਨ ਵਾਲੇ ਵੀ ਅਸੀਂ ਹਾਂ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਤੇਰੇ 'ਚ ਤੇ ਮੇਰੇ 'ਚ, ਮੇਰੇ 'ਚ ਤੇ ਤੇਰੇ 'ਚ ਕਿੰਨਾ ਕੁ ਫਰਕ ਹੈ। ਜਿਵੇਂ ਤੂੰ ਸਮੁੰਦਰ ਹੈ, ਮੈਂ ਤੇਰੀ ਲਹਿਰ ਹਾਂ। ਤੂੰ ਸੋਨਾ ਹੈ ਤਾਂ ਮੈਂ ਤੇਰਾ ਗਹਿਣਾ ਹਾਂ। ਕਬੀਰ ਤੂੰ ਤੂੰ ਕਰਤੇ ਤੂੰ ਭਇਆ, ਮੁਝ ਮੇਂ ਰਹਾ ਨਾ ਹੂੰ। ਜਬ ਆਪਾ ਪਰਕਾ ਮਿਟ ਗਿਆ, ਜਦ ਦੇਖੋ ਤਤ ਤੂੰ। ਇਸ ਕਰਕੇ ਤੂੰ ਆਪਣੇ ਪਿਆਰਿਆਂ ਦੀ ਜਿੰਦ ਜਾਨ ਹੈ। ਆਪਣੇ ਸੰਤ ਖਰੇ ਪਿਆਰੇ, ਤੂੰ ਸੰਤਨ ਕੇ ਪ੍ਰਾਨਾ ਜੀਓ। ਤੂੰ ਸੰਤਾਂ ਦੀ ਜਿੰਦ ਜਾਨ ਹੈ। ਉਨ ਸੰਤਨ ਕੈ ਮੇਰਾ ਮਨ ਕੁਰਬਾਨ ਹੈ। ਤੇਰੇ ਉਹਨਾਂ ਪਿਆਰਿਆਂ ਤੋਂ ਮੈਂ ਵੀ ਬਲਿਹਾਰੇ ਜਾਂਦਾ ਹਾਂ। ਜਿਨ ਤੂੰ ਜਾਤਾ ਜੋ ਤੁਧ ਭਾਨੇ, ਜਿਨ੍ਹਾਂ ਨੇ ਤੈਨੂੰ ਜਾਣ ਲਿਆ ਔਰ ਜਿਹੜੇ ਤੈਨੂੰ ਭਾ ਗਏ। ਜਿਨ੍ਹਾਂ ਨੇ ਤੈਨੂੰ ਸਮਝ ਲਿਆ, ਜਿਹੜੇ ਤੈਨੂੰ ਪ੍ਰਵਾਨ ਹੋ ਗਏ, ਉਹਨਾਂ ਤੋਂ ਮੈਂ ਵੀ ਬਲਿਹਾਰੇ ਜਾਂਦਾ ਹਾਂ। ਤਿਨ ਕੈ ਸੰਗ ਸਦਾ ਸੁਖ ਪਾਇਆ, ਉਹਨਾਂ ਦੀ ਸੰਗਤ ਵਿੱਚੋਂ ਹੀ ਜੀਵ ਨੂੰ ਸੁਖ ਪ੍ਰਾਪਤ ਹੁੰਦਾ ਹੈ। ਉਹਨਾਂ ਦੀ ਸੰਗਤ ਵਿੱਚੋਂ ਹੀ ਸਾਨੂੰ ਨਾਮ ਦਾ ਸੁੱਖ ਮਿਲਦਾ ਹੈ। ਹਰ ਰਸ ਨਾਨਕ ਤ੍ਰਿਪਤੇ ਅਗਾਨਾ ਜੀਓ। ਇਹ ਨਾਨਕ ਹਰੀ ਦੇ ਰਸ ਨੂੰ ਪੀ ਕਰਕੇ ਰੱਜ ਗਿਆ ਹੈ, ਤ੍ਰਿਪਤ ਹੋ ਗਿਆ ਹੈ, ਰੱਜ ਗਿਆ ਹੈ। ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹੋਏ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਹਨ ਕਿ ਤੇਰੀ ਸਿਫਤ ਕਰਨਾ ਕੋਈ ਕਰਮਕਾਂਡ ਨਹੀਂ ਹੈ। ਤੇਰੀ ਸਿਫਤ ਕਰਨਾ ਕੋਈ ਲਕੀਰ ਦੇ ਫਕੀਰ ਹੋਣਾ ਨਹੀਂ ਹੈ। ਤੇਰੀ ਸਿਫਤ ਤੇਰਾ ਪ੍ਰੇਮ ਹੈ, ਤੇਰਾ ਹੁਕਮ ਹੈ, ਤੇਰੀ ਰਜ਼ਾ ਹੈ। ਜਿਸ ਤਰ੍ਹਾਂ ਬੇਅੰਤ ਸ਼ਹੀਦਾਂ ਨੇ ਉਹਦੇ ਹੁਕਮ ਅੰਦਰ ਚੱਲਦਿਆਂ ਹੋਇਆਂ ਸ਼ਹੀਦੀਆਂ ਪਾਈਆਂ ਸੱਚ 'ਤੇ ਪਹਿਰਾ ਦੇ ਕੇ, ਜਿਸ ਤਰ੍ਹਾਂ ਭਗਤਾਂ ਨੇ ਸੱਚ ਦਾ ਪੱਲਾ ਨਹੀਂ ਛੱਡਿਆ, ਭਾਵੇਂ ਮੌਕੇ ਦੀਆਂ ਸਰਕਾਰਾਂ ਨੇ, ਮੌਕੇ ਦੇ ਰਾਜਿਆਂ ਨੇ ਉਹਨਾਂ ਨੂੰ ਆਪਣੀ ਮਰਜ਼ੀ ਨਾਲ ਚਲਾਉਣ ਲਈ ਬੜੇ ਤਸੀਹੇ ਦਿੱਤੇ, ਦੁੱਖ ਦਿੱਤੇ। ਜਿਸ ਤਰ੍ਹਾਂ ਭਗਤ ਨਾਮਦੇਵ ਜੀ ਦੀ ਗੱਲ ਕਰੀਏ, ਇੱਕ ਵਾਰ ਇੱਕ ਬੱਚਾ ਗੁਜ਼ਰ ਗਿਆ। ਉਹਨਾਂ ਸਮਿਆਂ ਦੇ ਵਿੱਚ ਇਸਤਰੀਆਂ ਆਪਣੇ ਮੁਰਦਾ ਪਤੀ ਨਾਲ ਸਤੀ ਹੋ ਜਾਂਦੀਆਂ ਸਨ, ਮੱਚ ਕੇ ਮਰ ਜਾਂਦੀਆਂ ਸਨ। ਅਤੇ ਕਹਿੰਦੇ ਭਗਤ ਨਾਮਦੇਵ ਜੀ ਉਸ ਸ਼ਮਸ਼ਾਨ ਘਾਟ ਵਾਲੇ ਰਸਤੇ ਵਿੱਚ ਬੈਠੇ, ਆਪਣੀ ਮੌਜ ਵਿੱਚ, ਮਸਤੀ ਵਿੱਚ, ਇੱਧਰੋਂ ਉਸ ਮੁਰਦੇ ਦੀ ਲਾਸ਼ ਨੂੰ ਲੈ ਕਰਕੇ ਜਾ ਰਹੇ ਨੇ ਸ਼ਮਸ਼ਾਨ ਘਾਟ ਦੇ ਵਿੱਚ, ਅਤੇ ਮਗਰ ਉਸ ਦੀ ਇਸਤਰੀ ਜਾ ਰਹੀ ਹੈ ਸਤੀ ਹੋਣ ਵਾਸਤੇ। ਜਾਂਦੇ ਜਾਂਦੇ ਰਸਤੇ ਵਿੱਚ ਉਸ ਨੂੰ ਖਿਆਲ ਆਇਆ ਵੀ ਮਰ ਤਾਂ ਜਾਣਾ ਹੀ ਆ। ਹੁਣ ਜਾਂਦੇ ਜਾਂਦੇ ਆ ਭਗਤ ਜੀ ਬੈਠੇ ਆ, ਇਹਨਾਂ ਨਮਸਕਾਰ ਹੀ ਕਰ ਲਈਏ। ਕਹਿੰਦੇ ਜਿਸ ਵੇਲੇ ਉਸ ਇਸਤਰੀ ਨੇ ਜਾ ਕਰਕੇ ਨਮਸਕਾਰ ਕੀਤੀ ਤਾਂ ਭਗਤ ਜੀ ਨੇ ਸਹਿਜ ਸੁਭਾਅ ਕਹਿ ਦਿੱਤਾ, ਸੁਹਾਗਵੰਤੀ ਹੋ, ਲੰਬੀ ਉਮਰ ਹੋਵੇ। ਬੀਬੀ
कुछ ਗਿਆਨਵਾਨ ਸੀ, ਕਹਿਣ ਲੱਗੀ ਮਹਾਰਾਜ ਤੁਸੀਂ ਇਹ ਕੀ ਕੀਤਾ? ਕਿਉਂ? ਮੇਰਾ ਪਤੀ ਤਾਂ ਮਰ ਗਿਆ ਹੈ, ਮੈਂ ਕਾਹਦੀ ਸੁਹਾਗਵੰਤੀ ਰਹੀ। ਔਰ ਮੈਂ ਸਤੀ ਹੋਣ ਚੱਲੀ ਹਾਂ, ਕਿਹੜੀ ਮੇਰੀ ਬਾਕੀ ਉਮਰ ਰਹੀ। ਭਗਤ ਜੀ ਧਿਆਨ ਵਿੱਚ ਚਲੇ ਗਏ। ਮਹਾਰਾਜ ਇਹ ਤਾਂ ਗਲਤੀ ਹੋ ਗਈ ਮੈਥੋਂ, ਫਿਰ ਮੈਂ ਤੇਰੇ ਕੰਮ ਦੇ ਵਿੱਚ ੜਿੱਕਾ ਲਾਇਆ। ਵੈਸੇ ਭਗਤਾਂ ਨੇ ਸਤੀ ਦੀ ਰਸਮ ਨੂੰ ਖਤਮ ਕਰਨ ਵਾਸਤੇ ਬਹੁਤ ਕੋਸ਼ਿਸ਼ ਕੀਤੀ ਉਹਨਾਂ ਸਮਿਆਂ ਦੇ ਵਿੱਚ। ਜਦ ਧਿਆਨ ਜੋੜਿਆ ਅਤੇ ਪਰਮੇਸ਼ਰ ਦਾ ਕਹਿੰਦੇ ਹੁਕਮ ਸੁਣਿਆ ਵੀ ਕੋਈ ਗੱਲ ਨਹੀਂ ਭਗਤ ਜੀ, ਇਹ ਵੀ ਮੇਰਾ ਭਾਣਾ ਹੈ, ਮੇਰੀ ਰਜਾ ਹੈ। ਤੂੰ ਜਾ ਕੇ ਆਪਣੇ ਗੜਵੇ ਵਾਲਾ ਜਲ ਉਸ ਬੱਚੇ 'ਤੇ ਛਿੱਟਾ ਮਾਰ ਦੇ, ਉਹ ਠੀਕ ਹੋ ਜਾਊਗਾ। ਤੇਰਾ ਬਚਨ ਪੂਰਾ ਹੋਊਗਾ, ਮੇਰਾ ਭਾਵੇਂ ਨਾ ਹੋਵੇ। ਭਗਤ ਜੀ ਨੇ ਕਹਿੰਦੇ ਆਪਣੇ ਅੰਦਰੋਂ ਇਹ ਆਵਾਜ਼ ਸੁਣੀ ਅਤੇ ਉੱਠ ਕੇ ਉਸ ਨੂੰ ਨਾਲ ਲੈ ਕੇ ਪਹੁੰਚ ਗਿਆ ਚਿਖਾ ਦੇ ਕੋਲ, ਜਿੱਥੇ ਉਸ ਬੱਚੇ ਨੂੰ ਚਿਖਾ 'ਤੇ ਰੱਖਿਆ ਸੀ ਸੰਸਕਾਰ ਕਰਨ ਵਾਸਤੇ। ਔਰ ਉਸ ਲੜਕੀ ਨੇ ਉਹਦੇ ਨਾਲ ਕਹਿੰਦੇ ਸਤੀ ਹੋ ਜਾਣਾ ਸੀ ਮੱਚ ਕੇ। ਭਗਤ ਜੀ ਨੇ ਆਪਣੇ ਗੜਵੇ ਦਾ ਜਲ ਉਹ ਬੱਚੇ 'ਤੇ ਛਿੜਕਿਆ, ਉਹ ਜਿਉਂਦਾ ਹੋ ਗਿਆ। ਔਰ ਇਲਾਕੇ ਵਿੱਚ ਰੌਲਾ ਪੈ ਗਿਆ ਵੀ ਭਗਤ ਨਾਮਦੇਵ ਤਾਂ ਭਾਈ ਮੁਰਦਿਆਂ ਨੂੰ ਜਿਉਂਦੇ ਕਰ ਦਿੰਦਾ, ਬੜੀ ਸ਼ਕਤੀ ਹੈ ਇਹਦੇ ਵਿੱਚ। ਉਸ ਤੋਂ ਬਾਅਦ ਕੀ ਹੋਇਆ, ਕੁਝ ਦਿਨਾਂ ਦੇ ਬਾਅਦ ਰਾਜੇ ਦੀ ਗਾਂ ਮਰ ਗਈ ਕਹਿੰਦੇ। ਅਤੇ ਕੁਝ ਈਰਖਾਲੂ ਲੋਕ, ਜਿਨ੍ਹਾਂ ਵਿੱਚ ਮੁਗਲ ਵੀ ਸਨ, ਹਿੰਦੂ ਵੀ ਸਨ, ਇਹ ਦੋਨੇ ਭਗਤਾਂ ਨਾਲ ਤਾਂ ਲੱਗਦੇ ਸੀ ਕਿ ਇਹ ਭਗਤ ਜਿਹੜੇ ਸਨ ਲੋਕਾਂ ਨੂੰ ਸੱਚ ਦੇ ਰਸਤੇ ਤੋਰਦੇ ਸੀ। ਪਰ ਜਦੋਂ ਭਗਤ ਨਾਮਦੇਵ ਜੀ ਦੀ ਮਹਿਮਾ ਹੋਰ ਵੀ ਵੱਧ ਗਈ, ਇਹਨਾਂ ਨੂੰ ਈਰਖਾ ਵੱਧ ਗਈ। ਔਰ ਇਹਨਾਂ ਨੇ ਗੱਲ ਬਣਾ ਕੇ ਰਾਜੇ ਨੂੰ ਕਹਿ ਦਿੱਤਾ, ਸੁਲਤਾਨ ਨੂੰ, ਵੀ ਰਾਜਾ ਸਾਹਿਬ ਤੁਹਾਡੀ ਗਾਂ ਬੜੀ ਕੀਮਤੀ ਸੀ, ਇਹ ਜਿਉਂਦੀ ਕਰ ਲਓ। ਕਹਿੰਦੇ ਕਿਵੇਂ? ਕਹਿੰਦੇ ਉਹ ਨਾਮਾਂ ਸ਼ੀਂਬਿਆਂ ਦਾ ਪੱਤਰ ਹੈ ਜਿਹੜਾ ਨਾਮਦੇਵ ਭਗਤ ਬੜਾ ਦੁਨੀਆ 'ਚ ਮਸ਼ਹੂਰ ਹੋਇਆ ਵੈ, ਉਹ ਤਾਂ ਮੁਰਦੇ ਜਿਉਂਦੇ ਫਲਾਨਿਆਂ ਦਾ ਮੁੰਡਾ ਜਿਉਂਦਾ ਕਰਤਾ ਸੀ। ਅਤੇ ਜੇ ਉਹ ਨਾ ਜਿਉਂਦੀ ਕਰੇ ਤਾਂ ਫਿਰ ਉਸ ਨੂੰ ਮੁਸਲਮਾਨ ਬਣਾ ਲਓ। ਕੁਝ ਈਰਖਾਲੂ ਲੋਕਾਂ ਨੇ ਜਾ ਕੇ ਰਾਜੇ ਨੂੰ ਕਹਿਤਾ, ਅਤੇ ਰਾਜੇ ਨੇ ਨਾਮਦੇਵ ਜੀ ਨੂੰ ਸੱਦ ਲਿਆ। ਕਹਿੰਦੇ ਭਗਤ ਜੀ ਗੱਲ ਸੁਣੋ, ਆ ਸਾਡੀ ਗਾਂ ਮਰ ਗਈ ਹੈ, ਇਹਨੂੰ ਜਿਉਂਦੀ ਕਰ ਦਿਓ। ਭਗਤ ਜੀ ਕਹਿੰਦੇ ਰਾਜਾ ਸਾਹਿਬ ਇਹ ਜਿਉਂਦੀ ਨਹੀਂ ਹੋ ਸਕਦੀ, ਕਿਉਂਕਿ ਇਹਨੂੰ ਪਰਮੇਸ਼ਰ ਨੇ ਮਾਰਿਆ। ਮੈਂ ਪਰਮੇਸ਼ਰ ਦੇ ਕੰਮ ਵਿੱਚ ਵਿਘਨ ਨਹੀਂ ਪਾ ਸਕਦਾ। ਤਾਂ ਉੱਥੇ ਬਚਨ ਲਿਖਦੇ ਆ, ਉਹ ਸਾਰੀ ਘਟਨਾ ਇਤਿਹਾਸ ਦੀ ਬਾਣੀ ਵਿੱਚ ਲਿਖੀ ਹੋਈ ਆ। ਨਾਮਾ ਸੁਲਤਾਨੇ ਬਾਂਧਲਾ, ਦੇਖੋ ਤੇਰਾ ਹਰ ਬੀਠਲਾ, ਮੋਈ ਹੋਈ ਗਊ ਦੇਹੋ ਜਵਾਏ, ਨਾਤਰ ਗਰਦਨ ਮਾਰੋ ਠਾਏ। ਕਹਿੰਦਾ ਜਾਂ ਤਾਂ ਮੇਰੀ ਮਰੀ ਹੋਈ ਗਾਂ ਜਿਉਂਦੀ ਕਰ ਦੇ, ਨਹੀਂ ਫਿਰ ਮੈਂ ਤੈਨੂੰ ਮਾਰ ਦੇਵਾਂਗਾ। ਭਗਤ ਜੀ ਕਹਿੰਦੇ ਬਾਦਸ਼ਾਹ ਐਸੀ ਕਿਉ ਹੋਏ, ਬਿਸਮਲ ਕੀਆ ਨਾ ਜੀਵੈ ਕੋਏ। ਰਾਜਾ ਸਾਹਿਬ ਇੱਦਾਂ ਨਹੀਂ ਹੋ ਸਕਦਾ, ਰੱਬ ਦੇ ਮਾਰੇ ਨੂੰ ਕੋਈ ਜਿਉਂਦਾ ਨਹੀਂ ਕਰ ਸਕਦਾ। ਤਾਂ ਉਹਦੇ ਬੰਦੇ ਕਹਿਣ ਲੱਗੇ ਤੂੰ ਉਸ ਦਿਨ ਲੜਕਾ ਉਹਨਾਂ ਦਾ ਜਿਉਂਦਾ ਕਰਤਾ ਸੀਗਾ, ਫਲਾਨਿਆਂ ਦਾ। ਕਹਿਣ ਲੱਗੇ ਉਹਦੀ ਮਰਜ਼ੀ ਸੀ, ਉਹਦੀ ਰਜਾ ਸੀ, ਮੈਂ ਨਹੀਂ ਕੀਤਾ, ਉਹ ਵੀ ਉਸੇ ਨੇ ਕੀਤਾ। ਸਿਫਤ ਸਲਾਹਨ ਤੇਰਾ ਹੁਕਮ ਰਜਾਈ, ਸੋ ਗਿਆਨ ਧਿਆਨ ਜੋ ਤੁਧ ਭਾਈ, ਸੋਈ ਜਪ ਜਿਉ ਪ੍ਰਭ ਜੀਉ ਭਾਵੈ, ਭਾਣੈ ਪੂਰ ਗਿਆਨਾ ਜੀਉ। ਇਹ ਸਭ ਉਹਦੇ ਹੁਕਮ ਅੰਦਰ ਹੈ। ਭਗਤ ਜੀ ਨੇ ਜਵਾਬ ਦੇ ਦਿੱਤਾ ਵੀ ਮੈਂ ਜਿਉਂਦੀ ਨਹੀਂ ਕਰ ਸਕਦਾ। ਤਾਂ ਰਾਜੇ ਨੇ ਕਹਿੰਦੇ ਭਗਤ ਜੀ ਨੂੰ ਬੰਨ੍ਹ ਲਿਆ, ਸੰਗਲ ਪਾ ਕੇ, ਬੇੜੀਆਂ ਪਾ ਕੇ ਬਿਠਾਤਾ। ਕਹਿੰਦਾ ਵੀ ਗੱਲ ਸੁਣ ਲਾ, ਇੱਕ ਕੰਮ ਕਰ ਲੈ, ਜਾਂ ਤਾਂ ਗਾਂ ਜਿਉਂਦੀ ਕਰ ਦੇ, ਅਤੇ ਜਾਂ ਫਿਰ ਅੱਜ ਤੋਂ ਬਾਅਦ ਤੂੰ ਮੁਸਲਮਾਨ ਬਣ ਜਾ। ਭਗਤ ਜੀ ਕਹਿੰਦੇ ਬਾਦਸ਼ਾਹ ਮੈਂ ਜਿਹੜੇ ਧਰਮ 'ਚ ਪੈਦਾ ਹੋਇਆ, ਮੇਰਾ ਇਹੀ ਧਰਮ ਰਹੇਗਾ, ਮੈਂ ਮੁਸਲਮਾਨ ਨਹੀਂ ਬਣਨਾ। ਕਹਿੰਦੇ ਫਿਰ ਤੂੰ ਸਾਡੀ ਗਾਂ ਜਿਉਂਦੀ ਕਰਕੇ ਸ਼ਕਤੀ ਵਿਖਾ। ਜਿਵੇਂ 9ਵੇਂ ਪਾਤਸ਼ਾਹ ਤੋਂ ਸ਼ਕਤੀ ਵੇਖਣਾ ਚਾਹੁੰਦਾ ਔਰੰਗਾ,
ਸ਼ਕਤੀ ਉੱਥੇ ਬਹੁਤ ਵਰਤ ਰਹੀ ਹੈ, ਪਰ ਔਰੰਗਾ ਚਾਹੁੰਦਾ ਸੀ ਕਿ 9ਵੇਂ ਪਾਤਸ਼ਾਹ ਕਹਿਣ ਇਹ ਮੈਂ ਕਰਾਮਾਤ ਕੀਤੀ ਹੈ, ਬਸ ਕਹਿਣਾ ਨਹੀਂ ਸੀਗਾ। ਭਗਤ ਜੀ ਵੀ ਕਹਿੰਦੇ ਆ ਕਿ ਅਸੀਂ ਕੋਈ ਕਰਾਮਾਤ ਨਹੀਂ ਕਰ ਸਕਦੇ, ਇਹ ਉਹਦੇ ਹੁਕਮ ਅੰਦਰ ਹੈ। ਭਾਣਾ ਪੂਰ ਗਿਆਨਾ ਜੀਓ ਸਭ ਉਹਦੇ ਹੁਕਮ ਅੰਦਰ ਹੈ। ਤਾਂ ਸੁਲਤਾਨ ਬਾਦਸ਼ਾਹ ਕਹਿਣ ਲੱਗਿਆ ਵੀ ਦੇਖ ਲਾ, ਦੋਵਾਂ ਕੰਮਾਂ 'ਚੋਂ ਇੱਕ ਕਰ ਲੈ, ਜਾਂ ਤਾਂ ਗਾਂ ਜਿਉਂਦੀ ਕਰ ਲੈ, ਜਾਂ ਅੱਜ ਤੋਂ ਬਾਅਦ ਬੀਠਲ ਬੀਠਲ ਕਹਿਣਾ ਬੰਦ ਕਰੇ। ਭਗਤ ਜੀ ਕਹਿੰਦੇ ਨਾ ਮੈਂ ਪਰਮੇਸ਼ਰ ਦਾ ਨਾਮ ਜਪਣਾ ਬੰਦ ਕਰਾਂ, ਨਾ ਮੈਂ ਮੁਸਲਮਾਨ ਬਣਾ। ਉਹਦੀ ਮਾਤਾ ਆ ਗਈ, ਕਹਿੰਦੇ ਪੁੱਤ ਰੋਜ਼ ਤਾਂ ਕਹਿਣਾ ਕਿ ਅੱਲਾ ਤੇ ਰਾਮ ਇੱਕੋ ਹੀ ਹੈ, ਤੂੰ ਅੱਲਾ ਅੱਲਾ ਕਹਿਣ ਲੱਗ ਜਾ। ਉਹ ਕਹਿਣ ਲੱਗਿਆ ਬਾਦਸ਼ਾਹ ਮਾਤਾ ਜੀ ਤੂੰ ਵੀ ਮੈਨੂੰ ਇਹ ਸਿੱਖਿਆ ਦਿੰਦੀ ਆ, ਨਾ ਹੋ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਏ, ਪਿੰਡ ਪੜ੍ਹੈ ਤਉ ਹਰ ਗੁਣ ਗਾਏ। ਜੇ ਸਰੀਰ ਡਿੱਗ ਵੀ ਜਾਵੇ ਤਾਂ ਵੀ ਹਰੀ ਹਰੀ ਕਰੂੰਗਾ, ਮੈਂ ਤਾਂ ਬੀਠਲ ਕਹੂੰਗਾ, ਰਾਮ ਕਹੂੰਗਾ। ਅੜ ਗਏ ਭਗਤ ਜੀ ਸੱਚ ਦੇ ਉੱਤੇ। ਰਾਜਾ ਕਹਿਣ ਲੱਗਿਆ ਮੈਂ ਹੁਣ ਤੈਨੂੰ ਮਾਰ ਦੇਣਾ, ਫਿਰ ਤੈਨੂੰ 10 ਘੜੀਆਂ ਦਿੱਤੀਆਂ, 10 ਘੜੀਆਂ ਵਿੱਚ ਇੱਕ ਫੈਸਲਾ ਕਰ ਲਾ, ਚਾਹੇ ਗਾਂ ਜਿਉਂਦੀ ਕਰ ਲਾ ਅਤੇ ਚਾਹੇ ਤੂੰ ਅੱਜ ਤੋਂ ਬਾਅਦ ਹਰੀ ਹਰੀ ਜਪਣਾ ਬੰਦ ਕਰ, ਨਹੀਂ ਫਿਰ 10 ਘੜੀਆਂ ਤੋਂ ਬਾਅਦ ਮੈਂ ਤੇਰੀ ਧੌਣ ਲਾਹ ਦੇਣੀ ਆ। ਕਹਿੰਦੇ ਭਗਤ ਜੀ ਉਸੇ ਵੇਲੇ ਕਹਿਣ ਲੱਗੇ ਵੀ ਇਹ ਨਹੀਂ ਹੋ ਸਕਦਾ। 7 ਘੜੀਆਂ ਬਤੀਤ ਹੋ ਗਈਆਂ, 7 ਘੜੀ ਜਾ ਬੀਤੀ ਸੁਣੀ, ਅਜਹੁ ਨਾ ਆਇਓ ਤ੍ਰੈ ਭਵਨ ਧਣੀ। ਭਗਤ ਜੀ ਉਹਨਾਂ ਸੰਗਲਾਂ ਨੂੰ ਖੜਕਾ ਖੜਕਾ ਕੇ ਹੀ ਉਹਦੀ ਸਾਜ਼ ਬਣਾ ਲਿਆ, ਅਤੇ ਸਾਜ਼ ਬਣਾ ਕੇ ਹਰੀ ਦੀ ਸਿਫਤ ਸਲਾਹ ਕਰਨ ਲੱਗੇ। ਹੁਣ ਆਪਾਂ ਸਾਜ਼ ਲੈਂਦੇ ਹਾਂ ਬਾਜਾ ਢੋਲਕੀ ਛੈਣੇ, ਪਰ ਉਸ ਦੀ ਭਗਤੀ ਪ੍ਰੇਮ ਹੈ। ਸੁਲਤਾਨਾ ਨਾਮੇ ਬੰਧਲਾ ਦੇਖੋ ਤੇਰਾ ਹਰ ਬੀਠਲਾ, ਮੂਈ ਹੋਈ ਗਊ ਦੇਹੋ ਜਵਾਏ, ਨਾਤਰ ਗਰਦਨ ਮਾਰੋ ਠਾਏ। ਭਗਤ ਜੀ ਕਹਿੰਦੇ ਬਾਦਸ਼ਾਹ ਐਸੀ ਕਿਉ ਹੋਏ, ਬਿਸਮਲ ਕੀਆ ਨਾ ਜੀਵੈ ਕੋਏ, ਕਰ ਹੈ ਰਾਮ ਹੋਏ ਹੈ ਸੋਏ, ਮੇਰਾ ਕੀਆ ਪਸ਼ੂ ਨਾ ਹੋਏ। ਜਿਸ ਵੇਲੇ 7 ਘੜੀਆਂ ਕਹਿੰਦੇ ਬਤੀਤ ਹੋ ਗਈਆਂ, ਭਗਤ ਜੀ ਨੇ ਭਗਤੀ ਕਰਦੇ ਕਰਦੇ ਉੱਪਰ ਧਿਆਨ ਮਾਰਿਆ, ਨਾਮ ਜਪਦੇ ਜਪਦੇ। ਕਹਿੰਦੇ ਉਸੇ ਵੇਲੇ ਕੀ ਦੇਖਦੇ ਹੈ ਕਿ ਉਹਨਾਂ ਦੇ ਸਾਹਮਣੇ ਗਰਡ ਚੜ੍ਹੇ ਗੋਬਿੰਦ ਆਇਲਾ, ਆਪਣੇ ਭਗਤ ਪਰ ਕੀ ਪ੍ਰਤਪਾਲਾ। ਆਪਣੇ ਭਗਤ ਦੀ ਲਾਜ ਰੱਖਣ ਵਾਸਤੇ ਕਹਿੰਦੇ ਪਰਮੇਸ਼ਰ ਆ ਗਏ, ਅਤੇ ਭਗਤ ਜੀ ਨੂੰ ਕਹਿੰਦੇ ਕੀ ਹੋ ਗਿਆ ਭਗਤਾ, ਯਾਦ ਕੀਤਾ ਆ ਤੈਨੂੰ ਬੰਨਿਆ ਕਿਹਨੇ ਆ। ਕਹੇ ਤਾਂ ਧਰਨੇ ਅਕੋਡੀ ਕਰੋ, ਕਹੇ ਤਾਂ ਧਰਤੀ ਟੇਢੀ ਕਰਦੇ ਹਾਂ, ਨਹੀਂ ਮਹਾਰਾਜ। ਕਹੇ ਤਾਂ ਲੈ ਕਰ ਉੱਪਰ ਧਰੋ, ਜੇ ਕਹੇ ਤਾਂ ਮੈਂ ਇਸ ਨੂੰ ਚੱਕ ਕੇ ਉੱਪਰ ਲੈ ਜਾ, ਸਾਰਿਆਂ ਨੂੰ ਮਾਰਦੇ ਹਾਂ। ਕਹਿੰਦੇ ਨਹੀਂ ਮਹਾਰਾਜ। ਫਿਰ ਕੀ ਗੱਲ ਹੈ, ਤੈਨੂੰ ਕਿਹਨੇ ਦੁੱਖ ਦਿੱਤਾ ਮੈਨੂੰ ਦੱਸ। ਆਪਣੇ ਸੰਤ ਉਦ ਖਰੇ ਪਿਆਰੇ, ਤੂੰ ਸੰਤਨ ਕੇ ਪ੍ਰਾਨਾ ਜੀਓ। ਤੂੰ ਆਪਣੇ ਪਿਆਰਿਆਂ ਦੀ ਜਾਨ ਹੈ, ਜਿੰਦ ਹੈ। ਤਾਂ ਉਸ ਵੇਲੇ ਭਗਤ ਜੀ ਕਹਿਣ ਲੱਗੇ ਨਹੀਂ ਮਹਾਰਾਜ ਕਿਸੇ ਨੂੰ ਨਹੀਂ ਮਾਰਨਾ। ਫਿਰ ਆ ਗਾਂ ਜਿਉਂਦੀ ਕਰਦਿਆਂ ਇਹਦਾ ਪੰਗਾ ਪਿਆ ਵਾ ਲੱਗਦਾ, ਮੋਈ ਹੋਈ ਗਊ ਦੇਹੋਂ ਜਵਾਏ। ਹਾਂ ਕਹਿੰਦੇ ਇਹ ਠੀਕ ਹੈ, ਪ੍ਰਣਵੈ ਨਾਮਾ ਸੇਲ ਮਸੇਲ, ਗਊ ਦੁਹਾਈ ਬਛੜਾ ਮੇਲ। ਕਹਿਣ ਲੱਗੇ ਠੀਕ ਹੈ ਮਹਾਰਾਜ ਇੱਦਾਂ ਹੀ ਕਰਦੇ। ਜਿਸ ਵੇਲੇ ਗਾਂ ਚੋਈ ਗਈ ਬੱਚਾ ਛੱਡ ਕੇ, ਦੁੱਧ ਚੋਇਆ ਗਿਆ, ਰਾਜੇ ਨੂੰ ਵਿਖਾਇਆ ਵੀ ਗਾਂ ਜਿਉਂਦੀ ਹੋ ਗਈ, ਦੁੱਧ ਚੋ ਲਿਆ। ਥੋੜ੍ਹਾ ਦੁੱਧ ਰਾਜੇ ਨੇ ਆਪਣੇ ਚੋਲੀ 'ਤੇ ਪਾ ਕੇ ਚੱਖਿਆ ਤਾਂ ਉਹਦੇ ਪੇਟ ਵਿੱਚ ਦਰਦ ਹੋਣ ਲੱਗ ਪਿਆ। ਮੁੜ ਕੇ ਦਰਦ ਨਾ ਹਟੇ, ਕਹਿੰਦੇ ਬਹੁਤ ਵੈਦਾਂ ਤੋਂ ਦਵਾਈਆਂ ਲਈਆਂ, ਨਾ ਹਟਿਆ। ਅਖੀਰ ਰਾਜੇ ਨੇ ਭਗਤ ਨਾਮਦੇਵ ਤੋਂ ਮਾਫੀ ਮੰਗੀ ਕਿ ਮੈਥੋਂ ਗਲਤੀ ਹੋ ਗਈ।
ਕਿਰਪਾ ਕਰਕੇ ਮੇਰਾ ਦਰਦ ਹਟਾ ਦੇ, ਦਰਦ ਨਹੀਂ ਹਟ ਰਿਹਾ। ਭਗਤ ਜੀ ਕਹਿੰਦੇ ਰਾਜਾ ਸਾਹਿਬ ਅਸਲ ਵਿੱਚ ਤੈਨੂੰ ਪਰਮੇਸ਼ਰ ਨੇ ਇੱਕ ਇਹ ਸਿੱਖਿਆ ਦਿੱਤੀ ਹੈ ਵੀ ਤੂੰ ਲੋਕਾਂ ਦੇ ਮਗਰ ਲੱਗ ਕੇ ਐਵੇਂ ਭਗਤਾਂ ਨੂੰ ਦੁੱਖ ਦੇਣਾ। ਅੱਜ ਤੋਂ ਬਾਅਦ ਮਾफ़ੀ ਮੰਗ ਪਰਮੇਸ਼ਰ ਤੋਂ ਵੀ ਮੈਂ ਨਹੀਂ ਦੁੱਖ ਦੇਵਾਂਗਾ, ਤੇਰਾ ਦਰਦ ਹਟ ਜਾਵੇਗਾ। ਉਸ ਵੇਲੇ ਫਿਰ ਕਹਿੰਦੇ ਰਾਜੇ ਨੇ ਮਾफ़ੀ ਮੰਗੀ ਅਤੇ ਉਸ ਦਾ ਦਰਦ ਹਟ ਗਿਆ। ਭਗਤ ਜਿਹੜੇ ਹੁੰਦੇ ਆ ਪਰਮੇਸ਼ਰ ਦੇ ਪਿਆਰੇ, ਉਹਦੇ ਹੁਕਮ ਅੰਦਰ ਚੱਲਦੇ ਆ। ਬਸ ਇਹੋ ਹੀ ਉਹਨਾਂ ਦੀ ਸਿਫਤ ਸਲਾਹ ਹੁੰਦੀ ਹੈ। ਕੋਈ ਲਖੀਰ ਦੇ ਫਕੀਰ ਹੋਣਾ ਸਿਫਤ ਸਲਾਹ ਨਹੀਂ ਹੈ। ਪਾਤਸ਼ਾਹ ਜੀ ਕਹਿੰਦੇ ਜਿਨ ਤੂੰ ਜਾਤਾ ਜੋ ਤੁਧ ਮਨ ਭਾਨੇ, ਜਿਹੜੇ ਤੈਨੂੰ ਭਾ ਗਏ। ਭਗਤ ਜੀ ਦੀ ਜਿਹੜੀ ਭਗਤੀ ਦੀ ਮਹਿਮਾ ਸੀ ਉਹ ਦੁਨੀਆ ਘਟਾਉਣਾ ਚਾਹੁੰਦੀ ਸੀ, ਬਲਕਿ ਅੱਜ ਹੋਰ ਵੀ ਵੱਧ ਗਈ। ਆੜ ਦਾਮ ਕੋ ਛੀਪਰੋ ਹੋਇਓ ਲਾਖੀਣਾ, ਜਿਸ ਨੂੰ ਕਿਸੇ ਵੇਲੇ ਲੋਕ ਛੀਂਬਾ ਛੀਂਬਾ ਕਹਿੰਦੇ ਸੀ, ਉਹ ਭਗਤ ਨਾਮਦੇਵ ਅੱਧੀ ਕੌਡੀ ਦਾ ਕਹਿੰਦੇ ਸੀ, ਲੱਖਾਂ ਦਾ ਹੋ ਗਿਆ। ਆੜ ਦਾਮ ਕੋ ਛੀਪਰੋ ਹੋਇਓ ਲਾਖੀਣਾ, ਤਨਨਾ ਬੁਣਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁੱਲਾ ਜੁਲਾਹਰਾ ਭਇਓ ਗੁਣੀ ਗਹੀਰਾ। ਐਸਾ ਉਹ परिपूर्ण परमेश्वर परमात्मा है। नीचों ऊँच करै मेरा गोबिंद काहू ते ना डरै, ऐसी लाल तुझ बिन कौन करै। ऐसी पवित्र शब्द धन धन श्री गुरु अर्जन देव महाराज जी ने परमेश्वर के प्यारियां की सिफत दसी। परमेश्वर के प्यारियां की सिफत ही परमेश्वर की सिफत है। परमेश्वर की सिफत करना की है, ਉਹਦੇ हुक्म अंदर चलना, ਉਹਦੀ रजा च राजी रहना, जिमें वो रखे उवें ठीक आ। ਉਹਦਾ हुक्म ही मनुख के अंदर ज्ञान ध्यान आउंदा, जो ਉਹਨੂੰ चंगा लगता है ਉਹੋ ही हुंदा। ਇਹ ਸੀ पवित्र विचारां जो आप जी ने सरवण कीतियां। अगला शब्द और परमेश्वर की सिफत करते हुए पातशाह लिखते हैं, माज महला पंजवा, तू जल निध हाँ मीन तुम्हारे, जे तू पानी का सागर है तो असी तेरी मच्छी हाँ। तेरा नाम बूंद है तो असी तेरे पपीहे हाँ। तेरा नाम बूंद हम चातरिक तिखारे, तुमरी आस प्यासा तुम ही संग मन लीना। जी ये पवित्र बचन कल नूं सरवण करांगे। हुण इत्थे रोकण दी आग्या बख्शो जी। मोलदियां ने एक आखर बाद घाट हो जांदे। सिख संगतां ते सतगुरु बख्शण योग है, बख्श लैना। समाप्ति करिए। मिलाओ फतेह पाओ फतेह। वाहिगुरु जी का खालसा वाहिगुरु जी की फतेह। वाहिगुरु।